किसान जथेबंदियां वालों दिल्ली बॉर्डर ते बैठ के लगातार प्रदर्शन किया जा रहा है। हालांकि जो पंजाब तो किसान जथेबंदियां चलियां सी तां उदों ही इन्हां दा कहना सी कि 6 महीने का राशन असीं नाल लैके चले हैं क्योंकि संघर्ष लंबा चलू। अते हुण 5 महीने के करीब समा हो चलिया है किसान जथेबंदियां नूं प्रदर्शन करदिआं, जिस दे चलदे संयुक्त किसान मोर्चे के 32 मैंबरां की आपस च तां मीटिंग हो रही है, लेकिन हुण केंद्र नाल 22 जनवरी तो बाद कोई भी मीटिंग जिहड़ी है वो नहीं हुई। लेकिन कहा जा रहा है कि नौजवानों की गिनती जी है इतों मोर्चे तो घटती नज़र आ रही है। जे कह लीए कि वाढी का सीजन चल रहा है, जिस करके नौजवान तो ट्रालियां जड़ियाँ वो पंजाब या हरियाणे नूं वापस गई हैं, लेकिन वाढी का सीजन खत्म होंदिया ही नौजवान फिर कहते हैं कि वड्डी गिनती विच मोर्चे च जुटणगे। लेकिन हुण अज साडे नाल पंजाबी गायक मौजूद है, असीं गलबात करते हैं। रविंदर गरेवाल जी आए हुए हैं। गरेवाल साहब पहले तो वाहिगुरू जी का खालसा वाहिगुरू जी की फतेह जी। खालसा वाहिगुरू जी फतेह। गरेवाल साहब किस तरह वेखते हुण तक दे प्रदर्शन नूं, जो मोर्चा चल रहा है तो अगों जो चलना है, कि तुहाडे हिसाब नाल की रणनीति लगती है हुण? देखो ये मेरा ख्याल दुनिया का पहली किस्म का इहो जिहा विलक्षण मोर्चा हैगा जिहड़ा इन्ने डिसिपलिन दे नाल विच रह के और एड्डी वड्डी गिणती है ना जिहड़ी लोगों की पहले दिन तो इस मोर्चे दे नाल जुड़ी है और अज तक जुड़ी हुई है ना। कई उतरा चढ़ा इस मोर्चे ने देखे आ, पर लोग ਜਿਹੜੇ ਨਿਸ਼ਾਨੇ ਦੇ ਨਾਲ ਜਿਹੜੇ ਪੱਕੇ ਨਿਸ਼ਚੈ ਦੇ ਨਾਲ ਇਸ ਮੋਰਚੇ ਦੇ ਨਾਲ ਜੁੜੇ ਹੋਏ ਆ। ਸੋ ਉਹ ਮੈਨੂੰ ਲੱਗਦਾ ਕਿ ਜਿੰਨੀ ਦੇਰ ਉਹਨਾਂ ਦਾ ਮਸਲਾ ਹੱਲ ਨਹੀਂ ਹੋਊਗਾ ਉਹ ਕਦੇ ਪਿੱਛੇ ਨਹੀਂ ਹਟਣਗੇ। गरेवाल साहब जिद्दां पहले कहंदे सी गल फसलां दी नहीं, हुण तां नस्लां दी आण लगी है। किस तरह लगदा कि गल नस्लां दी आउण लगी है, ते की लगदा कि जिस तरह नौजवान च जिहड़ा खून उबाले मारदा कि हुण असीं दोबारा दिल्ली जाना, संसद घेरनी है, की लगदा कि हुण टाइम हैगा सानूं दिल्ली जाण दा दोबारा? नहीं ਹੁਣ ਤਾਂ ਮੈਂ ਇਹ ਜ਼ਰੂਰ ਮਹਿਸੂਸ ਕਰਦਾ ਕਿ ਛੇਤੀ ਕੋਈ ਨਾ ਕੋਈ ਪ੍ਰੋਗਰਾਮ ਅੱਗੇ ਜ਼ਰੂਰ ਉਲੀਕਣਾ ਚਾਹੀਦਾ। ਔਰ ਕਿਉਂਕਿ ਜਿਹੜੇ ਲੜਾਈ ਹੈ ਨਾ ਸਰਕਾਰ ਦੇ ਨਾਲ ਹੈ ਉਹ ਢੀਠ ਵੀ ਹੈ ਔਰ ਬੋਲੀ ਵੀ ਹੈ ਜਿਹੜੀ ਸੁਣ ਨਹੀਂ ਰਹੀ। ਸੋ ਜਗਾਉਣ ਦੇ ਲਈ ਹੈ ਨਾ ਜਿਸ ਤਰੀਕੇ ਨਾਲ ਇਗਨੋਰ ਕੀਤਾ ਜਾ ਰਿਹਾ, ਕੋਈ ਗੱਲਬਾਤ ਦਾ ਸੱਦਾ ਨਹੀਂ, ਕੁਛ ਨਹੀਂ ਅੱਗੇ। ਸੋ ਉਹ ਕੁਛ ਨਾ ਕੁਛ ਤਾਂ ਇਹਨੂੰ ਤਿੱਖਾ ਕਰਨਾ ਹੀ ਪਏਗਾ, ਨਹੀਂ ਤਾਂ ਜਿੱਦਾਂ ਉਹ ਵੀ ਚੁੱਪ ਕਰਕੇ ਬੈਠ ਗਏ ਕਿ ਠੀਕ ਹੈ ਜੀ ਆਰਾਮ ਨਾਲ ਬੈਠੇ ਆ ਕਿਸਾਨ ਤਾਂ। ਸੋ ਇੰਨਾ ਮਤਲਬ ਅਣਗੌਲਿਆ ਕਰਨਾ ਆਪਣੇ ਲੋਕਾਂ ਨੂੰ ਤੋ ਇਹ ਬਹੁਤ ਮਾੜੀ ਗੱਲ ਆ। ਸੋ ਮੈਂ ਤਾਂ ਪਹਿਲੇ ਦਿਨ ਤੋਂ ਹੀ ਇਹ ਗੱਲ ਕਰ ਰਿਹਾ ਕਿ ਸਭ ਤੋਂ ਪਹਿਲਾਂ ਆਪਣੀ ਜਨਤਾ ਜਿਨ੍ਹਾਂ ਨੇ ਕਿਉਂਕਿ ਲੋਕ ਰਾਜ ਦੇ ਵਿੱਚ ਲੋਕ ਵੱਡੇ ਹੁੰਦੇ ਆ ਜਿਹੜੇ ਤੁਹਾਨੂੰ ਬਣਾਉਣ ਵਾਲੇ ਆ, ਔਰ ਉਹਨਾਂ ਨੂੰ ਤੁਸੀਂ ਇਗਨੋਰ ਕਰੋ, ਉਹਨਾਂ ਦੀ ਗੱਲ ਨਾ ਸੁਣੋ ਜਿਨ੍ਹਾਂ ਨੇ ਵੋਟਾਂ ਪਾਈਆਂ ਤੁਹਾਨੂੰ ਇਸ ਹੈ ਨਾ ਪਦਵੀ 'ਤੇ ਬਿਠਾਉਣ ਲਈ। ਸੋ ਬਹੁਤ ਮਾੜੀ ਗੱਲ ਆ, ਪਰ ਕੁਛ ਨਾ ਕੁਛ ਅੱਗੇ ਵੱਡੇ ਪ੍ਰੋਗਰਾਮ ਦੇਣੇ ਪੈਣਗੇ ਇਸ ਮੋਰਚੇ ਨੂੰ ਤਾਂ ਕਿ ਇਹਨੂੰ ਹੋਰ ਤਿੱਖਾ ਕੀਤਾ ਜਾ ਸਕੇ ਔਰ ਅੱਗੇ ਵਧਿਆ ਜਾ ਸਕੇ। ਜਦੋਂ ਅਸੀਂ ਟਰਾਲੀ ਟੂ ਟਰਾਲੀ ਕਿਸਾਨਾਂ ਦੀਆਂ ਜਾ ਕੇ ਮੁਸ਼ਕਲਾਂ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਨਾ, ਤਾਂ ਜ਼ਿਆਦਾਤਰ ਕਿਸਾਨਾਂ ਦਾ ਇਹੀ ਕਹਿਣਾ ਹੁੰਦਾ ਵੀ ਸਵੇਰੇ ਉੱਠੀਦਾ, ਪ੍ਰਸ਼ਾਦਾ ਪਾਣੀ ਛਕੀਦਾ, ਲੀਡਰਾਂ ਦੀਆਂ ਗੱਲਾਂ ਸੁਣੀਦੀਆਂ, ਸ਼ਾਮ ਨੂੰ ਫਿਰ ਪ੍ਰਸ਼ਾਦਾ ਪਾਣੀ ਛਕੀਦਾ ਤੇ ਫਿਰ ਸੋ ਜੀਦਾ। ਕੁਛ ਲੱਗਦਾ ਨਹੀਂ ਕਿ ਅੱਗੇ ਦਾ ਕੁਛ ਹੋਊਗਾ। ਅਗਰ ਅਸੀਂ ਬੀਤੇ ਕੱਲ੍ਹ ਦੀ ਗੱਲ ਕਰੀਏ ਤਾਂ ਕੱਲ੍ਹ ਨੌਜਵਾਨਾਂ ਵੱਲੋਂ ਕਾਫੀ ਜਿਹੜਾ ਹੰਗਾਮਾ ਵੀ ਕੀਤਾ ਗਿਆ ਕਿ ਸਾਨੂੰ ਦਿੱਲੀ ਘੇਰਨ ਦੀ ਕਾਲ ਦਿੱਤੀ ਜਾਵੇ, ਅਸੀਂ ਇੱਥੇ ਖਾਲੀ ਬਹਿਣ ਨਹੀਂ ਆਏ ਕਿਉਂਕਿ ਲੰਬਾ ਸਮਾਂ ਹੋ ਗਿਆ, 5 ਮਹੀਨੇ ਹੋ ਗਏ ਬੈਠਿਆਂ, ਹੁਣ ਸਾਨੂੰ ਅੱਗੇ ਕਾਲ ਦਿੱਤੀ ਜਾਵੇ। ਲੇਕਿਨ ਲੀਡਰਾਂ ਦਾ ਕਹਿਣਾ ਸੀ ਕਿ ਹਜੇ ਸਮਾਂ ਨਹੀਂ ਹੈ ਅੱਗੇ ਕਾਲ ਦੇਣ ਦਾ, ਕਿਉਂਕਿ ਇੱਕ ਤੇ ਲੋਕਡਾਊਨ ਲਗਾਇਆ ਹੋਇਆ ਦਿੱਲੀ 'ਚ, ਇੱਕ ਕਰੋਨਾ ਦਾ ਕਾਫੀ ਬੋਲਬਾਲਾ ਹੈ। ਕਿਸ ਤਰ੍ਹਾਂ ਦੇਖਦੇ ਸਭ ਨੂੰ ਤੁਸੀਂ? ਨਹੀਂ ਗੱਲ ਤਾਂ ਉਹੀ ਹੈ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਕੋਈ ਨਾ ਕੋਈ ਇਹਨੂੰ ਤਿੱਖਾ ਤਾਂ ਕਰਨਾ ਹੀ ਪਏਗਾ ਕਿਸੇ ਤਰੀਕੇ ਦੇ ਨਾਲ। ਚਲੋ ਲੀਡਰ ਵੀ ਸਾਰੇ ਸਮਝਦਾਰ ਨੇ, ਸੋ ਉਹ ਆਪਣੇ ਤਰੀਕੇ ਦੇ ਨਾਲ ਸੋਚਦੇ ਹੋਣਗੇ ਹੈ ਨਾ। ਸੋ ਜੋ ਇਹ ਸਰਕਾਰ ਵੱਲੋਂ ਮਾਹੌਲ ਦੁਬਾਰਾ ਜਿਹੜਾ ਕਰੋਨਾ ਵੀ ਵੱਧ ਹੀ ਰਿਹਾ ਦਿਨੋਂ ਦਿਨ ਹੈ ਨਾ, ਤੋ ਉਹਦੀ ਆੜ 'ਚ ਵੀ ਲੋਕਾਂ ਨੂੰ ਥੋੜ੍ਹਾ ਤੰਗ ਕੀਤਾ ਜਾਊਗਾ। ਸਪੈਸ਼ਲੀ ਕਿਸਾਨ ਮੋਰਚੇ 'ਤੇ ਤਾਂ ਜ਼ਿਆਦਾ ਹੀ ਨਜ਼ਰਾਂ ਹੋਣਗੀਆਂ ਹੈ ਨਾ। ਤੋ ਉਹਦੇ ਕਰਕੇ ਠੀਕ ਆ, ਥੋੜ੍ਹੀ ਦੇਰ ਲੇਟ ਕਰਨਾ ਵੀ ਕੋਈ ਗੱਲ ਨਹੀਂ, ਬਟ ਇਹ ਜੋ ਵੀ ਆ ਇੱਕ ਪ੍ਰੋਗਰਾਮ ਪੱਕਾ ਮਿੱਥ ਕੇ ਔਰ ਉਹਨੂੰ ਅਨਾਊਂਸ ਕਰਕੇ ਫਿਰ ਉਹਦੇ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਮੈਂ ਇਹ ਕਹਿਣਾ ਕਿ ਕੁਛ ਵੀ ਆਪਾਂ ਇੱਕ ਗੱਲ ਜਦੋਂ ਜ਼ੁਬਾਨ 'ਚੋਂ ਕੱਢ ਦਿੰਦੇ ਹਾਂ ਉਹਦੇ ਤੋਂ ਫਿਰ ਪਿੱਛੇ ਆਉਂਦੇ ਹਾਂ, ਉਹਦੇ ਨਾਲ ਥੋੜ੍ਹਾ ਜਿਹਾ ਫਿਰ ਢਾਹ ਲੱਗਦੀ ਹੈ ਮੋਰਚੇ ਨੂੰ। ਸੋ ਇਸ ਕਰਕੇ ਜੋ ਵੀ ਇੱਕ ਵਾਰੀ ਵਿਚਾਰ ਅਨਾਊਂਸ ਕਰਨ ਤੋਂ ਪਹਿਲਾਂ ਚਾਹੇ 10 ਦਿਨ 20 ਵਾਰੀ 50 ਵਾਰੀ ਉਹਦੇ 'ਤੇ ਵਿਚਾਰ ਹੋ ਜਾਵੇ, ਪਰ ਜਦੋਂ ਇੱਕ ਵਾਰੀ ਅਨਾਊਂਸ ਹੋ ਗਿਆ ਪ੍ਰੋਗਰਾਮ ਉਹ ਸਾਰੇ ਨੌਜਵਾਨਾਂ ਨੂੰ ਤਾਂ ਨਾਲ ਲੈ ਕੇ ਚੱਲਣਾ ਪੈਣਾ ਹੈ ਨਾ ਸਾਰੇ। ਕਿਉਂਕਿ ਜਦੋਂ ਤੁਸੀਂ ਅੱਗੇ ਕੋਈ ਪ੍ਰੋਗਰਾਮ ਨਹੀਂ ਲਿਖਿਆ ਜਾਊਗਾ ਤਾਂ ਲੋਕ ਵੀ ਬੈਠੇ ਇੱਥੇ। ਮੈਂ ਇਹੀ ਕਹਿਣਾ ਹੁੰਦਾ ਕਿ ਧਿਆਨ ਸਾਰਿਆਂ ਦਾ ਮੋਰਚੇ ਵੱਲ ਹੀ ਆ। ਇੱਥੇ ਇਹੀ ਧਰਨਾ ਨਹੀਂ ਹੈਗਾ ਜਿਹੜੇ ਲੋਕ ਇੱਥੇ ਬੈਠੇ ਆ, ਧਰਨਾ ਤਾਂ ਹਰ ਘਰ ਦੇ ਵਿੱਚ ਆ
ਕਿਉਂਕਿ ਲੋਕਾਂ ਦਾ ਧਿਆਨ ਹਰ ਟਾਈਮ ਲੋਕਾਂ ਦੇ ਦਿਲਾਂ 'ਚ, ਜੇ ਮੈਂ ਇੱਥੇ ਨਹੀਂ ਵੀ ਹੈਗਾ ਤਾਂ ਮੈਨੂੰ ਵੀ ਇਹ ਕਿਉਰਿਓਸਿਟੀ ਹੁੰਦੀ ਆ ਹਮੇਸ਼ਾ, ਮਤਲਬ ਸੋਸ਼ਲ ਮੀਡੀਆ ਦੇਖ ਕੇ ਕਿ ਕੀ ਹੋ ਰਿਹਾ ਅੱਗੇ ਜਾਂ ਮੋਰਚੇ ਦੇ ਵਿੱਚ ਕੀ ਚੱਲ ਰਿਹਾ। ਤਾਂ ਇਹਦਾ ਮਤਲਬ ਇਹੀ ਆ ਕਿ ਲੋਕ ਤਾਂ ਜਗ੍ਹਾ ਜਗ੍ਹਾ ਤੇ ਥਾਂ ਥਾਂ ਬੈਠੇ ਆ, ਜਾਂ ਸਾਡੇ ਮੁੰਡੇ ਚੌਂਕਾਂ ਦੇ ਵਿੱਚ ਖੜੇ ਆ, ਕੁੜੀਆਂ ਖੜੀਆਂ ਵਿਚਾਰੀਆਂ ਹਨਾ ਫਲੈਗ ਫੜ ਕੇ, ਪੋਸਟਰ ਲੈ ਕੇ, ਔਰ ਕਿਸਾਨ ਮਜ਼ਦੂਰ ਏਕਤਾ ਦੇ ਫਲੈਗ ਝੰਡੇ ਫੜ ਕੇ, ਜਾਂ ਇਹਨਾਂ ਦੇ ਬੈਨਰ ਲੈ ਕੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਸਵੇਰੇ ਸਵੇਰੇ ਪਾਰਕਾਂ ਦੇ ਵਿੱਚ ਲੋਕ ਇਕੱਠੇ ਹੁੰਦੇ ਆ। ਸੋ ਇਹਦਾ ਮਤਲਬ ਤਾਂ ਇਹੀ ਆ ਕਿ ਲੋਕਾਂ ਦੇ ਦਿਲੋਂ ਲੋਕ ਇੱਥੇ ਜੁੜੇ ਹੋਏ ਆ। ਸੋ ਜਦੋਂ ਵੀ ਕੋਈ ਕਾਲ ਇੱਥੋਂ ਜਾਏਗੀ ਪ੍ਰੋਪਰ, ਤੋਂ ਰਸ਼ ਦੀ ਕੋਈ ਪ੍ਰੋਬਲਮ ਨਹੀਂ ਹੈ, ਇਕੱਠ ਬਥੇਰੇ ਲੋਕ ਆ ਜਾਣਗੇ। ਲੋਕ ਤਾਂ ਆਰ ਪਾਰ ਦੀ ਲੜਾਈ ਲੜਨ ਨੂੰ ਤਿਆਰ ਬੈਠੇ ਆ। ਪਰ ਉਹੀ ਆ ਕਿ ਇੱਕ ਕੋਈ ਸੋਲਿਡ ਪ੍ਰੋਗਰਾਮ ਜਿਹੜਾ ਕਰਕੇ ਉਹ ਜਥੇਬੰਦੀਆਂ ਨੂੰ ਜਲਦੀ ਕੋਈ ਡੇਟ ਅਨਾਉਂਸ ਕਰਨੀ ਚਾਹੀਦੀ ਆ, ਤਾਂ ਉਹਦੇ ਤੇ ਫਿਰ ਅੱਗੇ ਮਤਲਬ ਪੱਕੇ ਹੋ ਕੇ ਔਰ ਉਸ ਚੀਜ਼ ਤੇ ਪਹਿਰਾ ਦੇਣਾ ਚਾਹੀਦਾ। ਗਰੇਵਾਲ ਸਾਹਿਬ, ਅਗਰ ਜਨਵਰੀ ਦੀ, ਦਸੰਬਰ ਦੀ ਜਾਂ ਫਰਵਰੀ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਪੰਜਾਬੀ ਕਲਾਕਾਰ ਜਿਹੜੇ ਇੱਥੋਂ ਸਟੇਜ ਤੇ ਆ ਕੇ ਕਿਸਾਨੀ ਮੋਰਚੇ ਦੀ ਹਮਾਇਤ ਕਰਦੇ ਸੀ ਤੇ ਜਿਹੜਾ ਹਾਂ ਦਾ ਨਾਰਾ ਮਾਰਦੇ ਸੀ ਕਿ ਅਸੀਂ ਨਾਲ ਆ, ਤਾਂ ਉਹਨਾਂ ਨੂੰ ਯੂਥ ਜਿਹੜਾ ਬਹੁਤ ਜ਼ਿਆਦਾ ਫੋਲੋ ਕਰਦਾ, ਜਿਸ ਕਰਕੇ ਨੌਜਵਾਨ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਦੇ ਸੀ। ਲੇਕਿਨ 1 ਮਹੀਨਾ ਹੋ ਗਿਆ, 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ, ਕੋਈ ਵੱਡੇ ਕਲਾਕਾਰ ਨਹੀਂ ਪਹੁੰਚ ਰਹੇ। ਅੱਜ ਤੁਸੀਂ ਇੱਥੇ ਆਏ ਜੇ, ਪਹੁੰਚ ਕੀਤੀ ਜੇ, ਆਪਣਾ ਸੰਦੇਸ਼ ਦਿਓਗੇ ਕਿ ਲੱਗਦਾ ਨਹੀਂ ਕਿ ਇੱਕ ਵਾਰ ਫਿਰ ਜਿਹੜੇ ਪੰਜਾਬੀ ਕਲਾਕਾਰਾਂ ਨੂੰ ਇੱਥੇ ਆਉਣ ਦੀ ਲੋੜ ਹੈ, ਤਾਂ ਜੋ ਜਿਹੜਾ ਨੌਜਵਾਨਾਂ 'ਚ ਯੂਥ ਜਿਹੜਾ ਜੋਸ਼ ਹੈ ਉਹ ਭਰਨ ਦੀ ਲੋੜ ਹੈ? ਨਹੀਂ, ਦੇਖੋ, ਇੱਕ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਜੋਸ਼ ਕਿਤੇ ਨਹੀਂ ਗਿਆ। ਜੋਸ਼ ਸਿਰਫ ਇਸ ਕਰਕੇ ਲੱਗ ਰਿਹਾ ਕਿਉਂਕਿ ਕੋਈ ਕਾਲ ਨਹੀਂ ਆਈ ਅੱਗੇ, ਹਨਾ। ਕਰਨਾ ਕੀ ਆ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਕਿ ਹਰ ਮੁੰਡਾ, ਚਾਹੇ ਉਹ ਪੰਜਾਬ 'ਚ ਕਿਤੇ ਵੀ ਬੈਠਾ, ਨੌਜਵਾਨ ਸਾਰੇ ਇਸ ਮੋਰਚੇ ਦੇ ਨਾਲ ਜੁੜੇ ਹੋਏ ਆ। ਚਲੋ ਆਉਣਾ ਚਾਹੀਦਾ, ਉਹ ਤਾਂ ਸਾਰੇ ਆ ਵੀ ਰਹੇ ਆ। ਆਰਟਿਸਟਾਂ ਦਾ, ਸਾਰਿਆਂ ਦਾ ਬਹੁਤ ਜ਼ਿਆਦਾ ਵੱਡਾ ਸਹਿਯੋਗ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਰਿਹਾ, ਕਿਉਂਕਿ ਅਸੀਂ ਆਪ ਕਿਸਾਨਾਂ ਦੇ ਪੁੱਤ ਹਾਂ। ਸੋ ਹੁਣ ਫਿਰ ਮੈਂ ਤਾਂ ਸਾਰਿਆਂ ਨੂੰ ਹੀ ਕਹੂੰਗਾ ਕਿ ਅਸੀਂ ਤਾਂ ਬਾਰ-ਬਾਰ ਮਤਲਬ ਆਉਂਦੇ ਹੀ ਰਹਿੰਦੇ ਹਾਂ। ਤੋ ਬਾਕੀਆਂ ਨੂੰ ਵੀ ਆਉਣਾ ਚਾਹੀਦਾ, ਕਿਉਂਕਿ ਜਿੰਨੀ ਦੇਰ ਇਹ ਜਿਹੜੇ ਸਾਡੇ ਕਾਨੂੰਨਾਂ ਦੀ ਲੜਾਈ, ਅਸੀਂ ਕਾਲੇ ਕਾਨੂੰਨਾਂ ਦੇ ਖਿਲਾਫ ਲੜ ਰਹੇ ਹਾਂ, ਜਿੰਨੀ ਦੇਰ ਉਹਦੀ ਪ੍ਰਾਪਤੀ ਨਹੀਂ ਹੁੰਦੀ, ਤੋ ਲੜਾਈ ਲੰਬੀ ਹੈ। ਇਹ ਤਾਂ ਪਹਿਲੇ ਦਿਨ ਤੋਂ ਹੀ ਕਿਹਾ ਜਾ ਰਿਹਾ। ਸੋ ਬਾਕੀ ਮੈਂ ਇਹ ਮਹਿਸੂਸ ਨਹੀਂ ਕਰਦਾ ਕਿ ਪਰਸਨਲੀ, ਹੋ ਸਕਦਾ ਮੇਰੀ ਸੋਚ ਹੋਵੇ, ਤੋ ਬਈ ਨੌਜਵਾਨਾਂ ਦਾ ਜੋਸ਼ ਕੋਈ ਘੱਟ ਹੋਇਆ। ਉਹ ਸਿਰਫ ਇਸ ਕਰਕੇ ਆ ਕਿ ਅੱਗਿਓਂ ਕੋਈ ਪ੍ਰੋਗਰਾਮ ਨਹੀਂ ਆਇਆ। ਜਿੱਦਣ ਆ ਗਿਆ ਇੱਥੇ, ਉਦਣ ਤੁਸੀਂ ਇੱਥੇ ਹੀ ਦੇਖਿਓ, ਇੱਥੇ ਬਥੇਰੇ ਨੌਜਵਾਨ ਵੀ ਹੋਣਗੇ ਔਰ ਉਦੋਂ ਵੱਧ ਜੋਸ਼ ਦੇ ਨਾਲ ਲੋਕ ਅੱਗੇ ਆਉਣਗੇ। ਜਦੋਂ ਵੀ ਕੋਈ ਹੁੰਦਾ, ਮੈਂ ਪਿਛਲੀ ਵਾਰੀ ਸ਼ਹੀਦ ਭਗਤ ਸਿੰਘ ਹੋਰਾਂ ਦੇ ਸ਼ਹੀਦੀ ਦਿਨ ਤੇ ਆਇਆ ਸੀ, ਬਥੇਰੇ ਨੌਜਵਾਨ ਸੀਗੇ ਇੱਥੇ, ਕਿਉਂਕਿ ਹਾਲਾਂਕਿ ਉਹਨਾਂ ਦਾ ਜਨਮ ਸ਼ਹੀਦੀ ਦਿਹਾੜਾ ਹੀ ਮਨਾਇਆ ਜਾ ਰਿਹਾ ਸੀ। ਕੋਈ ਐਡੀ ਕੋਈ ਕਾਲ ਜਥੇਬੰਦੀਆਂ ਵੱਲੋਂ ਜਦੋਂ ਕੋਈ ਇੱਦਾਂ ਦੀ ਆ ਗਈ ਕਿ ਅਸੀਂ ਸੰਸਦ ਵੱਲ ਨੂੰ ਮਾਰਚ ਕਰਨਾ ਜਾਂ ਕੋਈ ਹੋਰ ਸਰਕਾਰ ਦੇ ਖਿਲਾਫ ਕੋਈ ਐਕਸ਼ਨ ਦੀ ਗੱਲ ਹੋਈ, ਤਾਂ ਨੌਜਵਾਨ ਤਾਂ ਬਹੁਤ ਵੱਧ ਚੜ ਕੇ ਆ ਜਾਣਗੇ। ਤੋ ਗੱਲ ਉਹੀ ਆ ਕਿ ਇੱਕ ਵਧੀਆ ਤਰੀਕੇ ਨਾਲ ਪ੍ਰੋਗਰਾਮ ਉਲੀਕ ਕੇ ਔਰ ਉਹਦੇ ਤੇ ਪਹਿਰਾ ਦੇਣ ਦੀ ਲੋੜ ਆ, ਔਰ ਵਧੀਆ ਸਿਸਟਮੈਟਿਕ ਤਰੀਕੇ ਦੇ ਨਾਲ ਡਿਸਪਲਿਨ ਦੇ ਵਿੱਚ ਰਹਿ ਕੇ ਤੋ ਉਹਦੇ ਤੇ ਅੱਗੇ ਚੱਲਿਆ ਜਾਵੇ। ਅੱਜ ਆਏ ਜੇ ਮੋਰਚੇ ਤੇ ਆਏ ਜੇ, ਕੀ ਕਿਸਾਨਾਂ ਨੂੰ ਖਾਸ ਸੰਦੇਸ਼ ਦੇ ਕੇ ਜਾਓਗੇ? ਦੇਖੋ, ਸੰਦੇਸ਼ ਤਾਂ ਮੈਂ ਦਿਲੋਂ ਜੁੜਿਆ ਹੋਇਆ ਇਸ ਮੋਰਚੇ ਦੇ ਨਾਲ। ਮੈਂ ਦਿਲੋਂ ਚਾਹੁੰਦਾ ਕਿ ਜਿਹੜੀਆਂ ਸਾਡੀਆਂ ਮਾਵਾਂ, ਸਾਡੇ ਬਜ਼ੁਰਗ ਇੱਥੇ ਬੈਠੇ ਆ, ਕਿਉਂਕਿ ਅਸੀਂ ਆਪ ਪਿੰਡਾਂ ਦੇ ਵਿੱਚ ਜੰਮੇ ਪਲੇ ਆ, ਹੈ ਨਾ, ਔਰ ਹਰ ਦੁੱਖ ਦਰਦ ਕਿਸਾਨਾਂ ਦਾ ਮੈਂ ਮਹਿਸੂਸ ਕਰ ਸਕਦਾ, ਕਿਉਂਕਿ ਮੈਂ ਉਸ ਪਰਿਵਾਰ ਦੇ ਵਿੱਚੋਂ, ਉਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਮੈਂ ਨਿਕਲਿਆ ਹੋਇਆ, ਹੈ ਨਾ। ਮੈਂ ਹਲ ਵੀ ਵਾਹਿਆ, ਮੈਂ ਨੱਕੇ ਵੀ ਮੋੜਿਆ, ਮੈਂ ਹੜੀ ਵੀ ਵੱਢੀ ਆ। ਸੋ ਉਸ ਕਰਕੇ ਮੈਂ ਤਾਂ ਸੰਦੇਸ਼ ਤਾਂ, ਸਾਰੇ ਸਿਆਣੇ ਹੀ ਆ, ਸਾਡੇ ਬਜ਼ੁਰਗ ਬੈਠੇ ਆ, ਅਸੀਂ ਤਾਂ ਉਹਨਾਂ ਤੋਂ ਬਲਕਿ ਸੇਧ ਲੈਂਦੇ ਹਾਂ। ਮੈਂ ਕੋਈ ਸੰਦੇਸ਼ ਦੇਣ ਤਾਂ ਨਹੀਂ ਇੱਥੇ ਆਉਂਦਾ। ਸੋ ਮੈਂ ਤਾਂ ਇੱਕ ਦਿਲੋਂ ਆਪਣੀਆਂ ਦੁਆਵਾਂ ਜਾਂ ਇਹਨਾਂ ਨੂੰ ਸਜਦਾ ਕਰਨ, ਇਹਨਾਂ ਦੇ ਦਰਸ਼ਨ ਕਰਨ ਲਈ ਮੇਰਾ ਆਪਣਾ ਮਨ ਕਰਦਾ ਰਹਿੰਦਾ, ਤੋ ਮੈਂ ਉਹਦੇ ਲਈ ਆਉਣਾ ਹੁੰਦਾ। ਸੋ ਬਾਕੀ ਤਾਂ ਸਾਡੇ ਸਿਦਕ ਬਹੁਤ ਪੱਕੇ ਆ, ਸਾਡੇ ਜਿਹੜੀ ਸਾਡੀ ਕੌਮ ਦੇ ਹੈ ਨਾ, ਇਤਿਹਾਸ ਬਹੁਤ ਵੱਡੇ ਆ, ਸਾਡੀਆਂ ਕੁਰਬਾਨੀਆਂ ਬਹੁਤ ਵੱਡੀਆਂ ਨੇ, ਔਰ ਸਾਡੇ ਲੋਕਾਂ ਦੇ ਦਿਲ ਬਹੁਤ ਵੱਡੇ ਵੱਡੇ ਆ। ਸੋ ਇਹਨਾਂ ਨੂੰ ਇੱਦਾਂ ਤੋੜਨਾ ਜਾਂ ਅਕਾ ਕੇ, ਥਕਾ ਕੇ ਇਹਨਾਂ ਨੂੰ ਮੋੜਨਾ, ਇਹ ਪੋਸੀਬਲ ਨਹੀਂ ਹੈ। ਸੋ ਇਸ ਕਰਕੇ ਇਹ ਸਰਕਾਰਾਂ ਨੂੰ ਸਮਝਣਾ ਚਾਹੀਦਾ ਕਿ ਅਸੀਂ ਇਹਨਾਂ ਦੀ ਗੱਲ ਸੁਣੀਏ, ਔਰ ਮੈਂ ਤਾਂ ਆਪਣੇ ਵੱਲੋਂ ਦੁਆ ਹੀ ਕਰਦਾ ਕਿ ਚੜ੍ਹਦੀਆਂ ਕਲਾ 'ਚ ਰਹਿਣ, ਹਮੇਸ਼ਾ ਇਸੇ ਤਰ੍ਹਾਂ ਡਟੇ ਰਹਿਣ, ਔਰ ਜਿੱਤ ਦੇ ਬਹੁਤ ਨੇੜੇ ਆ। ਤੋ ਦੇਖਣ ਨੂੰ ਕਈ ਵਾਰੀ ਲੱਗਦਾ ਹੁੰਦਾ ਹਾਲੇ ਸਰਕਾਰ ਤੇ ਕੋਈ ਫਰਕ ਨਹੀਂ ਪੈ ਰਿਹਾ, ਪਰ ਇਹ ਹਰ ਥਾਂ ਤੇ, ਹਰ ਜਿੱਥੇ ਵੀ ਦੁਨੀਆ ਦੇ ਵਿੱਚ ਕਿਰਤੀ ਬੈਠੇ ਆ, ਕੰਮ ਕਰਨ ਵਾਲੇ ਬੈਠੇ ਆ, ਉੱਥੇ ਇਸ ਧਰਨੇ ਦੀ ਗੱਲ ਹੋ ਰਹੀ ਆ, ਔਰ ਭਾਈਚਾਰਕ ਸਾਂਝ ਦੀ ਗੱਲ ਹੋ ਰਹੀ ਆ,
ਔਰ ਦਿਨ ਬ ਦਿਨ ਹੋਰ ਜਿਹੜਾ ਇੰਡੀਆ ਦੇ ਵਿੱਚ ਵੀ ਅਲੱਗ-ਅਲੱਗ ਸਟੇਟਾਂ ਦੇ ਵਿੱਚ ਮਤਲਬ ਇਹਦੀ ਵੱਧ ਹੀ ਰਹੀ ਆ, ਮਤਲਬ ਹਨਾ ਲੋਕ ਜੁੜ ਰਹੇ ਆ ਇਹਦੇ ਨਾਲ। ਸੋ ਇਸ ਕਰਕੇ ਉਸ ਗੱਲ ਤੋਂ ਤਾਂ ਕੋਈ ਨਿਰਾਸ਼ਾ ਮੇਰੇ ਮਨ 'ਚ ਤਾਂ ਬਿਲਕੁਲ ਵੀ ਨਹੀਂ ਹੈ ਕਿ ਮੈਨੂੰ ਲੱਗਦਾ ਕਿ ਨਾ ਮੈਨੂੰ ਇਹ ਲੱਗਦਾ ਕਿ ਨੌਜਵਾਨਾਂ ਦਾ ਜੋਸ਼ ਘਟਿਆ, ਨਾ ਮੈਨੂੰ ਇਹ ਲੱਗਦਾ ਕਿ ਕਿਸਾਨ ਮੋਰਚਾ ਪਹਿਲਾਂ ਨਾਲੋਂ ਕੋਈ ਠੰਡਾ ਹੋਇਆ। ਸਿਰਫ ਇਹ ਆ ਕਿ ਜਦੋਂ ਵੀ ਕੋਈ ਪ੍ਰੋਪਰ ਕੋਈ ਪ੍ਰੋਗਰਾਮ ਅੱਗੇ ਉਲੀਕਿਆ ਗਿਆ ਤਾਂ ਉਦੋਂ ਪਤਾ ਲੱਗੂਗਾ ਫਿਰ ਮੋਰਚਾ ਕਿੱਥੇ ਖੜਾ। ਮੇਰਾ ਆਖਰੀ ਸਵਾਲ ਹੈ, ਕਿਸਾਨੀ ਮੋਰਚੇ ਤੇ ਜਾਂ ਕਿਸਾਨੀ ਸੰਘਰਸ਼ ਨੂੰ ਲੈ ਕੇ ਆਪਣੇ ਗੀਤ ਰਾਹੀਂ 2 ਲਾਈਨਾਂ। ਗਾਣੇ ਦਾ ਚਲੋ ਹਰ ਵਾਰੀ ਮੈਂ ਕੁਛ ਨਾ ਕੁਛ ਇੱਥੇ ਹਨਾ, ਕਿਉਂਕਿ ਗਾਣੇ ਅੱਜ ਕੱਲ ਆਉਂਦੇ ਬਹੁਤ ਆ ਕਿਸਾਨੀ ਮੋਰਚੇ ਤੇ, ਸਾਡੇ ਮੁੰਡੇ ਲਿਖ ਬੜੇ। ਕੋਈ 2 ਜਿਹੜੇ ਤੁਹਾਨੂੰ ਚੰਗੇ, 1-2 ਬੋਲ ਜਿਹੜੇ ਚੰਗੇ ਲੱਗਦੇ। ਮੈਂ ਜਿੱਦਾਂ ਪਹਿਲਾਂ ਗੱਲ ਕਰਦਾ ਸੀ ਕਿ ਮੈਂ ਮਹਿਸੂਸ ਕਰਦਾ ਹਨਾ ਇਹਨਾਂ ਨੂੰ, ਕਿਉਂਕਿ ਮੈਨੂੰ ਆਪਣੇ ਪਰਿਵਾਰ ਵਰਗੇ ਲੱਗਦੇ ਆ। ਸੋ ਮੈਨੂੰ ਉਹ ਤੋਂ ਉਹੋ ਜਿਹੀ ਕੁਛ ਲਾਈਨਾਂ ਮੇਰੇ ਅੱਜ ਹੀ ਮੈਨੂੰ ਭੇਜੀਆਂ ਸੀ ਕਿਸੇ ਨੇ ਲਿਖ ਕੇ, ਸੋ ਮੈਨੂੰ ਬੜੀਆਂ ਚੰਗੀਆਂ ਲੱਗੀਆਂ ਕਿ ਮਾਵਾਂ ਚਾਚੀਆਂ ਤਾਈਆਂ ਲੱਗਦੀਆਂ, ਭੈਣਾਂ ਮਾਂ ਜਾਈਆਂ ਲੱਗਦੀਆਂ, ਬਾਪ ਦਾਦੇ ਤੇ ਨਾਨੇ ਮਾਮੇ ਸਾਰੇ ਗੱਲਾਂ ਕਰਦੇ ਲੱਗਦੇ, ਧਰਨੇ ਦੇ ਵਿੱਚ ਬੈਠੇ ਸਾਰੇ ਮੈਨੂੰ ਮੇਰੇ ਘਰ ਦੇ ਲੱਗਦੇ, ਧਰਨੇ ਦੇ ਵਿੱਚ ਬੈਠੇ ਸਾਰੇ ਮੈਨੂੰ ਮੇਰੇ ਘਰ ਦੇ ਲੱਗਦੇ। ਧੰਨਵਾਦ। ਸੋ ਇਹ ਸੀ ਰਵਿੰਦਰ ਗਰੇਵਾਲ, ਜਿਨ੍ਹਾਂ ਦਾ ਕਹਿਣਾ ਹੈ ਕਿ ਧਰਨੇ ਦੇ ਵਿੱਚ ਬੈਠੇ ਸਾਰੇ ਉਹਨਾਂ ਨੂੰ ਉਹਨਾਂ ਦੇ ਘਰ ਦੇ ਲੱਗਦੇ। ਹਾਲਾਂਕਿ ਰਵਿੰਦਰ ਗਰੇਵਾਲ ਜੀ ਨੂੰ ਨਹੀਂ, ਹਾਲਾਂਕਿ ਜਿਹੜਾ ਵੀ ਧਰਨੇ 'ਚ ਕਿਸਾਨ ਬੈਠਾ ਹੈ, ਚਾਹੇ ਅਸੀਂ ਬੈਠੇ ਹਾਂ, ਸਾਨੂੰ ਵੀ ਇੱਥੇ ਸਾਰੇ ਆਪਣੇ ਘਰ ਦੇ ਲੱਗਦੇ, ਕਿਉਂਕਿ 5 ਮਹੀਨੇ ਦਾ ਸਮਾਂ ਹੋ ਗਿਆ। ਸਵੇਰੇ ਉੱਠੀ ਦਾ ਤਾਂ ਸਭ ਤੋਂ ਪਹਿਲਾਂ ਇਹਨਾਂ ਦੇ ਨਾਲ ਮਿਲੀ ਦਾ, ਇਹਨਾਂ ਨਾਲ ਗੱਲਬਾਤ ਕਰੀਦੀ ਹੈ, ਮੋਰਚੇ ਸੰਬੰਧੀ ਗੱਲਾਂ ਬਾਤਾਂ ਹੁੰਦੀਆਂ, ਤਾਂ ਅਜਿਹਾ ਹੀ ਲੱਗਦਾ ਕਿ ਜਿਸ ਤਰ੍ਹਾਂ ਸਾਡਾ ਇਹ ਦੂਸਰਾ ਘਰ ਇੱਥੇ ਦਿੱਲੀ ਬਾਰਡਰ ਤੇ ਜਿਹੜਾ ਉਹ ਵਸਿਆ ਹੁੰਦਾ ਹੈ। ਤਾਂ ਰਵਿੰਦਰ ਗਰੇਵਾਲ ਜੀ ਦਾ ਕਹਿਣਾ ਹੈ ਕਿ ਮੋਰਚਾ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ 'ਚ ਰਹੇਗਾ ਤੇ ਨੌਜਵਾਨਾਂ 'ਚ ਵੀ ਜੋਸ਼ ਭਰਪੂਰ ਹੈ। ਤਾਂ ਸਿਰਫ ਹੁਣ ਉਡੀਕ ਕਰ ਰਹੇ ਆ ਕਿ ਕਿਸਾਨ ਜਥੇਬੰਦੀਆਂ ਕੋਈ ਦਿੱਲੀ ਘੇਰਨ ਦੀ ਅਗਲੀ ਕਾਲ ਦੇਣ ਤਾਂ ਨੌਜਵਾਨ ਪੰਜਾਬ 'ਚੋਂ ਵੀ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਣ। ਕੈਮਰਾਮੈਨ ਗੌਰਵ ਦੇ ਨਾਲ ਮੁਕੇਸ਼ ਮਹਿਰਾ, ਵਿਜ਼ਨ ਪੰਜਾਬ ਟੀਵੀ, ਸਿੰਘੂ ਬਾਰਡਰ।